सुनो सुनाइए जी किताबां दे कुछ पन्ने, आओ सुनो सुनाइए, आओ सुनो सुनाइए जी किताबां दे कुछ पन्ने, आओ सुनो सुनाइए। ए सारी दुनिया ज्ञान दा सागर जिसनू मन्ने, आओ सुनो सुनाइए जी किताबां दे कुछ पन्ने, आओ सुनो सुनाइए। नमस्कार, आदाब, सत श्री अकाल दोस्तों, मैं हाँ ਸਰਬਜੀਤ ਸਿੰਘ ਅਤੇ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਨਾਨਕ ਸਿੰਘ ਦੀ ਲਿਖੀ ਹੋਈ ਪੁਸਤਕ ਮੇਰੀ ਦੁਨੀਆ ਦਾ 15ਵਾਂ ਅਧਿਆਇ ਬਲਰਾਜ ਸਾਹਨੀ। ਜੀਵਨ ਰਾਹਾਂ ਤੇ ਮਿਲੇ ਵਿਅਕਤੀਆਂ ਵਿੱਚੋਂ ਬਲਰਾਜ ਦਾ ਜ਼ਿਕਰ ਇਸ ਲਈ ਸਭ ਤੋਂ ਮਗਰੋਂ ਕਰ ਰਿਹਾ ਹਾਂ ਕਿ ਉਹ ਮੈਨੂੰ ਦੂਸਰੇ ਸਭਨਾਂ ਤੋਂ ਬਾਅਦ ਮਿਲਿਆ ਹੈ। ਜਾਤ-ਪਾਤ ਦੇ ਵਹਿਮਾਂ ਨੂੰ ਤਾਂ ਕਦੇ ਦਾ ਤਿਆਗ ਚੁੱਕਾ ਹਾਂ, ਫੇਰ ਵੀ ਪਤਾ ਨਹੀਂ ਸੰਸਕਾਰਾਂ ਦਾ ਅਸਰ ਹੈ ਜਾਂ ਕੀ, ਕਿ ਜਦੋਂ ਹੀ ਆਪਣੀ ਜਾਤ ਬਿਰਾਦਰੀ ਦੇ ਕਿਸੇ ਬੰਦੇ ਦਾ ਜ਼ਿਕਰ ਆਉਂਦਾ ਹੈ ਤਾਂ ਮੇਰੇ ਕੰਨ ਖੜੇ ਹੋ ਜਾਂਦੇ ਨੇ। ਪਹਿਲ ਪਲਾਂ ਹੀ ਜਦੋਂ ਬਲਰਾਜ ਦਾ ਨਾਂ ਫਿਲਮੀ ਸੰਸਾਰ ਵਿੱਚ ਸੁਣਿਆ ਤਾਂ ਉੱਦਾਂ ਹੀ ਮੇਰੇ ਕੰਨ ਖੜੇ ਹੋ ਗਏ ਤੇ ਮੈਂ ਉਚੇਚੇ ਤੌਰ 'ਤੇ ਉਸ ਦੀਆਂ ਫਿਲਮਾਂ ਹਮ ਲੋਗ ਤੇ ਬਾਜ਼ੀ ਵੇਖਣ ਗਿਆ। ਕੰਮ ਉਸ ਦਾ ਇੱਕ ਤਾਂ ਵੈਸੇ ਹੀ ਮਾਰਕੇ ਦਾ ਸੀ, ਦੂਜਾ ਬਲਰਾਜ ਦੇ ਨਾਂ ਨਾਲ ਲੱਗੇ ਹੋਏ ਸਾਹਨੀ ਵਿਸ਼ੇਸ਼ਣ ਨੇ ਮੈਨੂੰ ਹੋਰ ਵੀ ਪ੍ਰਭਾਵਿਤ ਕੀਤਾ। ਸਾਡੀ ਖੁਖਰਾਇਣ ਬਰਾਦਰੀ ਦੀਆਂ 8 ਜਾਤਾਂ ਵਿੱਚ ਹੀ ਸੂਰੀ ਤੇ ਸਾਹਨੀ ਜਾਤਾਂ ਵੀ ਸ਼ੁਮਾਰ ਕੀਤੀਆਂ ਜਾਂਦੀਆਂ ਨੇ। ਬਾਜ਼ੀ ਵੇਖਣ ਤੋਂ ਬਾਅਦ ਦਿਲ ਕੀਤਾ ਕਿ ਬਲਰਾਜ ਨੂੰ ਇੱਕ ਚਿੱਠੀ ਲਿਖਾਂ। ਝਿਜਕ ਤਾਂ ਥੋੜ੍ਹੀ ਬਹੁਤੀ ਹੋਈ। ਸੁਣਦਾ ਹੁੰਦਾ ਸਾਂ ਕਿ ਫਿਲਮੀ ਤਬਕੇ ਦੇ ਲੋਕ ਬੜੇ ਲਾਟੀਕੀਨ ਕਿਸਮ ਦੇ ਹੁੰਦੇ ਨੇ, ਜਿਹੜੇ ਹਾਰੀ ਸਾਰੀ ਨਾਲ ਗੱਲ ਨਹੀਂ ਕਰਦੇ, ਪਰ ਇਹ ਖਿਆਲ ਕਰਕੇ ਚਿੱਠੀ ਲਿਖ ਹੀ ਦਿੱਤੀ ਕਿ ਅਸੀਂ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਆਂ। ਨਾਲ ਹੀ ਮੈਂ ਉਸ ਸਾਲ ਦੀ ਛਪੀ ਹੋਈ ਇੱਕ ਕਿਤਾਬ ਵੀ ਭੇਜ ਦਿੱਤੀ, ਸ਼ਾਇਦ ਆਪਣੇ ਨਾਮਨੇ ਦਾ ਰੋਹ ਪਾਉਣ ਦੇ ਖਿਆਲੋਂ। ਯਥਾ ਸਮੇਂ ਚਿੱਠੀ ਦਾ ਜਵਾਬ ਆਇਆ, ਪਰ ਬੜਾ ਸੰਖੇਪ ਜਿਹਾ, ਤੇ ਉਸ ਤੋਂ ਦੂਜੇ ਦਿਨ ਇੱਕ ਹੋਰ ਬੜੀ ਲੰਮੀ ਚਿੱਠੀ ਆ ਮਿਲੀ, 9-10 ਸਫ਼ਿਆਂ ਦੀ, ਜਿਸ ਦਾ ਮੁੱਢਲਾ ਥੋੜ੍ਹਾ ਜਿੰਨਾ ਭਾਗ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਦਾ ਹਾਂ, ਮੁਲਾਹਿਜ਼ਾ ਹੋਵੇ। ਜੂਹੂ, 10 ਅਪ੍ਰੈਲ 1957। ਪਿਆਰੇ ਨਾਨਕ ਸਿੰਘ ਜੀ, ਮੇਰਾ ਕੱਲ੍ਹ ਵਾਲਾ ਖਤ ਮਿਲਿਆ ਹੋਵੇਗਾ। ਇਸ ਵੇਲੇ ਰਾਤ ਦੇ 12 ਵਜੇ ਨੇ। ਹੁਣੇ ਹੀ ਬਾਹਰੋਂ ਆਇਆ ਹਾਂ। ਬਜਾਏ ਇਸ ਦੇ ਕਿ ਸਿੱਧਾ ਜਾ ਕੇ ਸੌਂ ਜਾਵਾਂ, ਤੁਹਾਨੂੰ ਖਤ ਲਿਖਣ ਬੈਠ ਗਿਆ ਹਾਂ। ਤੁਹਾਡੀ ਕਲਮ ਵਿੱਚ ਕੋਈ ਬੜਾ ਖਤਰਨਾਕ ਜਿਹਾ ਜਾਦੂ ਹੈ। ਮੈਂ ਕਿਤਾਬਾਂ ਵਿੱਚ ਪੜ੍ਹਿਆ ਹੋਇਆ ਸੀ ਕਿ ਮਹਾਨ ਲਿਖਾਰੀਆਂ ਦੀ ਕਲਮ ਵਿੱਚ ਅਜੀਬ ਕਸ਼ਿਸ਼ ਹੁੰਦੀ ਹੈ, ਪਰ ਇਹਦਾ ਪ੍ਰਤੱਖ ਪ੍ਰਮਾਣ ਹੁਣੇ ਮਿਲਿਆ ਹੈ। ਤੁਹਾਨੂੰ ਹੋਰ ਲੋਕਾਂ ਵੱਲੋਂ ਵੀ ਇਸ ਗੱਲ ਦੀ ਸ਼ਿਕਾਇਤ ਹੋਈ ਹੋਵੇਗੀ। ਤੁਸੀਂ ਬੰਦੇ ਨੂੰ ਬੁਰੀ ਤਰ੍ਹਾਂ ਨਾਲ ਆਪਣਾ ਮੁਰੀਦ ਬਣਾ ਲੈਂਦੇ ਹੋ। ਸ਼ੁਕਰ ਹੈ ਮੈਂ ਇਸਤਰੀ ਜਾਤ ਨਹੀਂ, ਵਰਨਾ ਮੇਰਾ ਇਸਤਰੀ ਬਰਤ ਧਰਮ ਜ਼ਰੂਰ ਖਤਰੇ ਵਿੱਚ ਪੈ ਜਾਣਾ ਸੀ। ਖੋਲ੍ਹ ਕੇ ਲਿਖਣ ਵਾਲੀ ਤੇ ਕੋਈ ਖਾਸ ਗੱਲ ਨਹੀਂ ਸੀ। ਬਾਜ਼ੀ ਦੀ ਕਹਾਣੀ ਮੈਂ ਲਿਖੀ ਸੀ। ਡਾਇਰੈਕਟਰ ਸ਼ੂਟਿੰਗ ਦੇ ਦੌਰਾਨ ਮਨ ਆਉਂਦੀਆਂ ਤਬਦੀਲੀਆਂ ਕਰਦੇ ਰਹਿੰਦੇ ਨੇ। ਇਸੇ ਤਰ੍ਹਾਂ ਇਹਦੇ ਵਿੱਚ ਵੀ ਹੁੰਦੀਆਂ ਰਹੀਆਂ ਤੇ ਕੁਝ ਤਬਦੀਲੀਆਂ ਬਹੁਤ ਹੀ ਕੋਝੀਆਂ ਜਾਪ ਰਹੀਆਂ ਸਨ। ਸੋ ਉਹਨਾਂ ਦੀ ਮੁਰੰਮਤ ਜਿੰਨੀ ਕੁ ਹੋ ਸਕਦੀ ਹੈ ਪ੍ਰੋਡਿਊਸਰ ਤੇ ਮੈਂ ਰਲ ਮਿਲ ਕੇ ਕਰ ਰਹੇ ਹਾਂ। ਪਿਕਚਰ 5-6 ਥਾਈਂ ਪਰਸੋਂ ਰਿਲੀਜ਼ ਹੋ ਰਹੀ ਹੈ। ਬਸ ਇਹੋ ਗੱਲ ਸੀ, ਕੋਈ ਵੱਡਾ ਰਚਨਾਤਮਕ ਕੰਮ ਨਹੀਂ ਸੀ ਹੋ ਰਿਹਾ। ਹੁਣ ਅਗਲੀ ਕਹਾਣੀ ਦਾ ਕੰਮ ਕਰਨਾ ਹੈ। ਕਹਾਣੀ ਕਿਸੇ ਹੋਰ ਦੀ ਹੈ, ਸਿਨਾਰੀਓ ਤੇ ਡਾਇਲੌਗ ਮੈਂ ਲਿਖਣੇ ਹਨ। ਬਾਅਦ ਵਿੱਚ ਡਾਇਰੈਕਟ ਵੀ ਮੈਂ ਹੀ ਕਰਾਂਗਾ। ਕਹਾਣੀ ਦਾ ਨਾਂ ਹੈ 16 ਆਨੇ। ਕਾਮੇਡੀ ਹੈ। ਤੁਹਾਡਾ ਕੀ ਖਿਆਲ ਹੈ ਨਾਮ ਬਾਰੇ? ਉਸ ਤੋਂ ਬਾਅਦ ਅਸੀਂ ਦੋਵੇਂ ਇੱਕ ਦੂਜੇ ਦੇ ਨੇੜੇ ਹੁੰਦੇ ਗਏ ਤੇ ਸਾਡੀਆਂ ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ। ਚਿੱਠੀਆਂ ਦੀ ਲੰਬਾਈ ਦਿਨੋਂ ਦਿਨ ਵੱਧਦੀ ਹੀ ਚਲੀ ਗਈ। ਸਵਾਲ ਪੈਦਾ ਹੁੰਦਾ ਹੈ ਕਿ ਐਸੀਆਂ ਕਿਹੜੀਆਂ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਲੈ ਕੇ ਅਸੀਂ 20-20, 25-25 ਸਫ਼ੇ ਕਾਲੇ ਕਰ ਸੁੱਟਦੇ ਸਾਂ। ਕੋਈ ਸਮੱਸਿਆ ਨਹੀਂ ਸੀ, ਬਸ
ਕੁਝ ਉਰਲੀਆਂ, ਕੁਝ ਪਰਲੀਆਂ, ਕੁਝ ਆਕਾਸ਼ ਦੀਆਂ, ਕੁਝ ਪਤਾਲ ਦੀਆਂ ਗੱਲਾਂ। ਚਿੱਠੀਆਂ ਰਾਹੀਂ ਬਲਰਾਜ ਦਾ ਆਪਾ ਜਿਉਂ-ਜਿਉਂ ਮੇਰੇ ਸਾਹਮਣੇ ਆਈ ਗਿਆ, ਉਹਦੀ ਕੀਮਤ ਮੇਰੇ ਦਿਲ ਵਿੱਚ ਵੱਧਦੀ ਗਈ। ਬਲਰਾਜ ਨਿਰਾ ਇੱਕ ਫਿਲਮੀ ਅਦਾਕਾਰ ਹੀ ਨਹੀਂ, ਉਹ ਉੱਚ ਦਰਜੇ ਦਾ ਸਾਹਿਤਕਾਰ ਵੀ ਹੈ, ਤੇ ਸਾਹਿਤਕਾਰਤਾ ਤੋਂ ਵੀ ਵੱਡਾ ਗੁਣ ਜਿਸ ਨੇ ਵਿਸ਼ੇਸ਼ ਤੌਰ 'ਤੇ ਮੈਨੂੰ ਉਸ ਵੱਲ ਖਿੱਚਿਆ, ਇਹ ਕਿ ਪੰਜਾਬ ਤੋਂ ਇੰਨੀ ਦੂਰ ਬੈਠਾ ਹੋਇਆ ਵੀ ਉਹ ਪੰਜਾਬ ਤੇ ਪੰਜਾਬੀ ਬੋਲੀ ਦਾ ਮਤਵਾਲਾ ਹੈ। ਹੁਣ ਤਾਂ ਇਸ ਪੱਖੋਂ ਉਸ ਬਾਰੇ ਕੁਝ ਦੱਸਣ ਦੀ ਲੋੜ ਹੀ ਬਾਕੀ ਨਹੀਂ ਰਹੀ, ਜਦ ਕਿ ਇੱਕ ਮਾਂਝਿਆ ਹੋਇਆ ਸਾਹਿਤਕਾਰ ਦੇ ਤੌਰ 'ਤੇ ਅੱਜ ਪੰਜਾਬੀ ਉੱਤੇ ਛਾਇਆ ਹੋਇਆ ਹੈ। ਪਰ ਉਦੋਂ ਵੀ ਆਪਣੇ ਪੰਜਾਬ ਤੇ ਉਸ ਦੀ ਬੋਲੀ ਦਾ ਪਿਆਰ ਉਸ ਅੰਦਰੋਂ ਉਮੜ ਪੈਂਦਾ ਸੀ, ਜਦੋਂ ਪੰਜਾਬੀ ਲਿਖਣ ਦਾ ਵੀ ਹਾਲੇ ਉਸ ਨੂੰ ਚੱਜ ਨਹੀਂ ਸੀ। ਪਰ ਜੇ ਕਿਹਾ ਜਾਵੇ ਕਿ ਨਿਰਾ ਉਸ ਦੀਆਂ ਉਪਰੋਕਤ ਖੂਬੀਆਂ ਨੇ ਹੀ ਮੈਨੂੰ ਉਸ ਵੱਲ ਖਿੱਚਿਆ ਸੀ, ਤਾਂ ਇਹ ਪੂਰੀ ਸੱਚਾਈ ਨਹੀਂ ਹੋਵੇਗੀ। ਇਹ ਖੂਬੀਆਂ ਤਾਂ ਹੋਰ ਵੀ ਅਨੇਕਾਂ ਆਦਮੀਆਂ ਵਿੱਚ ਹੋਣਗੀਆਂ ਜਿਨ੍ਹਾਂ ਨਾਲ ਮੇਰੀ ਖਾਸੀ ਸਾਹਬ ਸਲਾਮਤ ਹੈ, ਪਰ ਉਸ ਦੀ ਜਿਸ ਸਿਫਤ ਦਾ ਮੈਂ ਸ਼ੈਦਾਈ ਹਾਂ ਉਹ ਹੈ ਉਸ ਦੀ ਨਿਰਮਾਣਤਾ। ਬਲਰਾਜ ਏਡੇ ਰੁਤਬੇ 'ਤੇ ਪਹੁੰਚ ਕੇ ਵੀ ਨਿਰਅਭਿਮਾਨ ਹੈ। ਉਹ ਵੱਡਿਆਂ ਭਰਾਵਾਂ ਜਿੰਨੀ ਮੇਰੀ ਇੱਜ਼ਤ ਕਰਦਾ ਹੈ। ਪਾਪਾ ਜੀ ਕਹਿੰਦੇ ਦਾ ਮੂੰਹ ਸੁੱਕਦਾ ਹੈ। ਪਰ ਸੱਚ ਪੁੱਛੋ ਤਾਂ ਇਹੋ ਉਸ ਦੀ ਆਦਤ ਮੈਨੂੰ ਪਸੰਦ ਨਹੀਂ। ਇੱਕ ਤੋਂ ਵੱਧ ਵਾਰੀ ਮੈਂ ਉਸ ਨੂੰ ਲਿਖ ਚੁੱਕਾ ਹਾਂ ਕਿ ਵੇਖ ਬਲਰਾਜ, ਮੇਰੇ ਕੰਨ ਹੰਬ ਗਏ ਨੇ ਇਹ ਜੀ ਸੁਣ ਕੇ। ਮੈਨੂੰ ਇਸ ਦੁਨੀਆ ਵਿੱਚ ਘੱਟੋ ਘੱਟ ਇਹੋ ਜਿਹਾ ਇੱਕ ਤਾਂ ਦਿਲ ਦਾ ਮਹਿਰਮ ਲੋੜੀਂਦਾ ਹੈ ਜਿਹੜਾ ਮੈਨੂੰ ਓਏ ਨਾਨਕ ਸਿੰਘਾ ਆਖ ਕੇ ਬੁਲਾਏ, ਤੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਸ ਦਾ ਕੇਵਲ ਤੈਨੂੰ ਹੀ ਅਧਿਕਾਰ ਹੈ ਮੇਰੇ ਸਾਰੇ ਮਿੱਤਰਾਂ ਵਿੱਚੋਂ। ਪਰ ਬਲਰਾਜ ਇੰਨਾ ਮੂਰਖ ਹੈ ਕਿ ਉਸ ਕਦੀ ਵੀ ਮੇਰੀ ਗੱਲ ਨਹੀਂ ਮੰਨੀ। ਬਲਰਾਜ ਦੇ ਨਾਸਤਕ ਹੋਣ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ। ਉਹ ਰੱਬ ਨੂੰ ਨਹੀਂ ਮੰਨਦਾ, ਜਿਸ ਕਰਕੇ ਉਸ ਦਾ ਨਾਸਤਕ ਸਮਝਿਆ ਜਾਣਾ ਸੁਭਾਵਕ ਹੀ ਸੀ। ਪਰ ਜੇ ਮੈਥੋਂ ਕੋਈ ਪੁੱਛੇ ਤਾਂ ਨਿਸ਼ੰਗ ਕਹਾਂਗਾ ਕਿ ਉਸ ਦੀ ਨਾਸਤਕਤਾ ਮੈਨੂੰ ਵੱਡੇ ਆਸਤਕਾਂ ਦੀ ਆਸਤਕਤਾ ਨਾਲੋਂ ਪਿਆਰੀ ਲੱਗਦੀ ਹੈ। ਹੇਠਾਂ ਮੈਂ ਉਸ ਦੀ ਇੱਕ ਹੋਰ ਚਿੱਠੀ ਦਰਜ ਕਰਦਾ ਹਾਂ ਜਿਹੜੀ ਬਲਰਾਜ ਦੇ ਨਾਸਤਕ ਹੋਣ ਦੀ ਉੱਘੀ ਗਵਾਹੀ ਹੈ, ਪਰ ਮੇਰਾ ਯਕੀਨ ਹੈ ਕਿ ਅਵੱਸ਼ ਹੀ ਇਸ ਨੂੰ ਪੜ੍ਹ ਕੇ ਕਈਆਂ ਦੇ ਅੰਦਰੋਂ ਇੱਕ ਹੌਕਾ ਨਿਕਲੇਗਾ, ਕਾਸ਼ ਸਾਰਾ ਪੰਜਾਬ ਇਹੋ ਜਿਹੇ ਨਾਸਤਕਾਂ ਨਾਲ ਭਰਿਆ ਹੁੰਦਾ। ਬਲਰਾਜ ਸਾਨੀ, 4 ਫਰਵਰੀ 1959। ਪਰਮ ਪਿਆਰੇ ਸਤਿਕਾਰਯੋਗ ਪਾਪਾ ਜੀ, ਬਹੁਤ ਚਿਰ ਬਾਅਦ ਤੁਹਾਨੂੰ ਖਤ ਲਿਖ ਰਿਹਾ ਹਾਂ। ਪਿਛਲੀ ਵਾਰੀ ਮੇਰਾ ਭੇਜਿਆ ਕਾਰਡ ਤੇ ਤੁਹਾਡਾ ਪੋਸਟ ਕਾਰਡ ਇੱਕ ਦੂਜੇ ਨੂੰ ਕ੍ਰਾਸ ਕਰ ਗਏ ਸਨ। ਰੱਬ ਕਰੇ ਇਸ ਵਾਰੀ ਵੀ ਇੰਝ ਹੀ ਹੋਵੇ। ਕਰਤਾਰ ਜੀ ਨੂੰ, ਕਮਲਜੀਤ ਨੂੰ, ਕੁਲਵੰਤ ਨੂੰ ਤੇ ਸਾਰੇ ਪਰਿਵਾਰ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਆਖਣਾ। ਐਤਕੀ ਮਾਰਚ ਦੇ ਸ਼ੁਰੂ ਵਿੱਚ ਹਫ਼ਤਾ ਕੁ ਪੰਜਾਬ ਵਿੱਚ ਗੁਜ਼ਾਰਨ ਦਾ ਇਰਾਦਾ ਕੀਤਾ ਹੋਇਆ ਹੈ। ਖੌਰੇ ਕੀ ਗੱਲ ਹੈ, ਜਿਤਨੇ ਮੈਂ ਪੰਜਾਬ ਪ੍ਰੇਮੀ ਹੋਣ ਦੇ ਦਾਅਵੇ ਕਰਦਾ ਹਾਂ, ਓਨਾ ਹੀ ਪੰਜਾਬ ਤੋਂ ਦੂਰ ਹੁੰਦਾ ਜਾਂਦਾ ਹਾਂ। ਇੱਕ ਤਵੀਲ ਅਰਸੇ ਲਈ ਜੇ ਬੰਦਾ ਵਤਨ ਤੋਂ ਵਿਛੜ ਜਾਵੇ ਤਾਂ ਉਸ ਨੂੰ ਵਤਨ ਵਾਪਸ ਆਉਣ ਤੋਂ ਵੀ ਡਰ ਜਿਹਾ ਲੱਗਣ ਲੱਗ ਪੈਂਦਾ ਹੈ। ਅਸਲੀ ਗੱਲ ਇਹ ਜਾਪਦੀ ਹੈ ਕਿ ਮੇਰੀ ਪੀੜ੍ਹੀ ਦੇ ਆਦਮੀਆਂ ਨੇ ਪੰਜਾਬ ਤੋਂ ਹੀ ਨਹੀਂ, ਆਪਣੇ ਆਪ ਤੋਂ ਹੀ ਕਿਨਾਰਾਕਸ਼ੀ ਕੀਤੀ ਹੋਈ ਹੈ। ਸਾਡੀ ਹਾਲਤ ਹੀ ਐਸੀ ਹੈ। ਬਕੌਲ शायर, हम वहाँ हैं जहाँ से हमको भी खुद हमारी खबर नहीं आती। ਇੱਕ ਅਰਜ਼ ਕਰਨੀ ਹੈ, ਉਹ ਇਹ ਕਿ ਪਿਛਲੇ ਸਾਲ ਦੇ ਦੌਰਾਨ ਵਿੱਚ ਮੈਂ ਆਦਿ ਗ੍ਰੰਥ ਦਾ ਕਾਫੀ ਸਾਰਾ ਸਵਾਧਿਆਇ ਕੀਤਾ ਹੈ। ਧਨਾਸਰੀ, ਸੋਰਠ ਰਾਗ ਅਤੇ ਹੋਰ ਵੀ ਕਈ ਹਿੱਸੇ ਜੋ ਪਹਿਲਾਂ ਨਹੀਂ ਸਨ ਪੜ੍ਹੇ, ਹੁਣ ਮੈਂ ਉਹਨਾਂ ਦਾ ਪਾਠ ਕੀਤਾ ਹੈ। ਇਹ ਅਪੂਰਬ ਗ੍ਰੰਥ ਸਿਰਫ ਸਿੱਖਾਂ ਦਾ ਹੈ। ਇਹ ਤਾਂ ਮੈਨੂੰ ਖੋਤਿਆਂ ਵਾਲੀ ਗੱਲ ਜਾਪਦੀ ਹੈ। ਮੈਂ ਸਮਝ ਨਹੀਂ ਸਕਦਾ ਕਿ ਕਿਵੇਂ ਕੋਈ ਪੰਜਾਬੀ ਇਸ ਨੂੰ ਪੜ੍ਹੇ ਤੇ ਸੁਣੇ ਬਿਨਾਂ ਆਪਣੇ ਆਪ ਨੂੰ ਤਾਲੀਮ ਯਾਫਤਾ ਜਾਂ ਤਹਿਜ਼ੀਬ ਯਾਫਤਾ ਅਖਾਉਣ ਦਾ ਦਾਅਵਾ ਕਰ ਸਕਦਾ ਹੈ। ਮੇਰੀ ਬੜੀ ਖਾਹਿਸ਼ ਹੈ ਕਿ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੀ ਬੀੜ ਆਪਣੇ ਘਰ ਰੱਖਾਂ। ਮਜ਼ਹਬੀ ਢੰਗ ਨਾਲ ਸਥਾਪਨਾ ਕਰਾਉਣ ਦਾ ਖਿਆਲ ਨਹੀਂ ਹੈ ਮੇਰਾ, ਕਿਉਂਕਿ ਜਿਵੇਂ ਤੁਸੀਂ ਜਾਣਦੇ ਹੀ ਹੋ, ਮੈਂ ਕੱਟੜ ਨਾਸਤਕ ਆਦਮੀ ਹਾਂ। ਜਿਵੇਂ ਸ਼ੇਕਸਪੀਅਰ ਜਾਂ ਤੁਲਸੀ ਰਾਮਾਇਣ ਨੂੰ ਇੱਕ ਸਾਹਿਤ ਪ੍ਰੇਮੀ ਲਈ ਘਰ ਰੱਖਣਾ ਜਾਇਜ਼ ਹੈ, ਉਵੇਂ ਹੀ ਮੈਂ ਆਦਿ ਗ੍ਰੰਥ ਨੂੰ ਵੀ ਪ੍ਰੇਮ ਨਾਲ ਆਪਣੇ ਘਰ ਰੱਖਣਾ ਚਾਹੁੰਦਾ ਹਾਂ। ਪਰ ਸਾਈਜ਼ ਇੰਨਾ ਹੋਵੇ ਜੋ ਅਲਮਾਰੀ ਵਿੱਚ ਰੱਖਿਆ ਜਾ ਸਕੇ। ਬਹੁਤ ਬਰੀਕ ਅੱਖਰ ਵੀ ਨਾ ਹੋਣ, ਕਿਉਂਕਿ ਮੇਰੀ ਮਾਂ ਨੂੰ ਵੀ ਪਾਠ ਕਰਨ ਦਾ ਸ਼ੌਂਕ ਹੈ, ਤੇ ਨਾ ਹੀ ਬਹੁਤੇ ਮੋਟੇ। ਜੇ ਇੱਕ ਜਿਲਦ ਦੀ ਥਾਂ 3-4 ਜਾਂ ਵੱਧ ਭਾਗਾਂ ਵਿੱਚ ਗ੍ਰੰਥ ਮਿਲਦਾ ਹੋਵੇ
ਤਾਂ ਵੀ ਕੋਈ ਹਰਜ ਨਹੀਂ। ਕੀ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਸਕਦੇ ਹੋ? ਦੂਜੇ, ਮੈਨੂੰ ਸਿੱਖ ਇਤਿਹਾਸ ਬਾਰੇ ਪੰਜਾਬੀ ਵਿੱਚ ਕੋਈ ਪ੍ਰਮਾਣਿਕ ਪੁਸਤਕ ਮਿਲ ਸਕਦੀ ਹੈ? ਪੰਜਾਬੀ ਸਾਹਿਤ ਦਾ ਇਤਿਹਾਸ ਤਾਂ ਮੇਰੇ ਕੋਲ ਹੈ, ਮਗਰ ਪੰਜਾਬ ਦਾ ਇਤਿਹਾਸ ਮੇਰੇ ਕੋਲ ਨਹੀਂ, ਅਤੇ ਮੈਂ ਉਸ ਨੂੰ ਪੜ੍ਹਨਾ ਚਾਹੁੰਦਾ ਹਾਂ। ਪੰਜਾਬ ਦਾ ਇਤਿਹਾਸ ਅਤੇ ਸਿੱਖ ਇਤਿਹਾਸ ਦੋਵੇਂ, ਪਰ ਇਹ ਪੁਸਤਕਾਂ ਵੀ ਮਜ਼ਹਬੀ ਮੁਬਾਲਗੇ ਤੋਂ ਪਾਕ ਔਰ ਨਿਰਪੱਖਤਾਪੂਰਨ ਹੋਵਣ ਤਾਂ ਹੀ ਸਵਾਦ ਹੈ। ਜੇ ਤੁਸੀਂ ਚਾਹੋ ਤਾਂ ਇਹ ਪੁਸਤਕਾਂ VPP ਰਾਹੀਂ ਮੈਨੂੰ ਭਿਜਵਾ ਦਿਓ। ਜੇ ਇੰਜ ਨਾ ਹੋ ਸਕਦਾ ਹੋਵੇ ਤਾਂ ਪੁਸਤਕ ਭੰਡਾਰ ਵਾਲੇ ਨੂੰ ਕਹੋ ਕਿ ਮੈਨੂੰ ਪੇਸ਼ਗੀ ਬਿੱਲ ਭੇਜ ਦੇਵੇ ਤੇ ਮੈਂ ਰਕਮ ਮਨੀ ਆਰਡਰ ਕਰਕੇ ਉਸ ਨੂੰ ਭੇਜ ਦੇਵਾਂਗਾ। ਹਾਂ, ਇੱਕ ਗੱਲ ਸਾਫ਼-ਸਾਫ਼ ਆਖਦਿਆਂ, ਜੇ ਤੁਸੀਂ ਮੇਰੇ ਨਾਲ 420 ਕੀਤੀ ਅਤੇ ਉਪਰੋਕਤ ਤਜਵੀਜ਼ਾਂ ਨਾ ਮੰਨੀਆਂ ਤਾਂ ਮੈਂ ਕਿਤਾਬਾਂ ਵੀ ਫੌਰਨ ਵਾਪਸ ਭਿਜਵਾ ਦਿਆਂਗਾ ਅਤੇ ਅੱਗੋਂ ਤੋਂ ਤੁਹਾਨੂੰ ਕਦੇ ਇਸ ਕਿਸਮ ਦੀ ਤਕਲੀਫ ਦੇਣ ਦੀ ਹਿੰਮਤ ਨਹੀਂ ਕਰਾਂਗਾ। ਬਹੁਤ ਪਿਆਰ ਨਾਲ, ਤੁਹਾਡਾ ਸਦਾ ਪਿਆਰਾ ਬਲਰਾਜ। ਲਗਾਤਾਰ ਕਈਆਂ ਵਰ੍ਹਿਆਂ ਤੱਕ ਸਾਡਾ ਚਿੱਠੀ ਪੱਤਰ ਚੱਲਦਾ ਰਿਹਾ ਤੇ ਇਸੇ ਕ੍ਰਮ ਅਨੁਸਾਰ ਚਿੱਠੀਆਂ ਦੀ ਲੰਬਾਈ ਵੀ ਵੱਧਦੀ ਗਈ, ਪਰ ਉਸ ਤੋਂ ਬਾਅਦ ਬਲਰਾਜ ਵੱਲੋਂ ਇਸ ਕੰਮ ਵਿੱਚ ਲਾਪਰਵਾਹੀ ਸ਼ੁਰੂ ਹੋ ਗਈ। ਉਸ ਦੀਆਂ ਚਿੱਠੀਆਂ ਵਿੱਚ ਸੰਖੇਪਤਾ ਆਉਣ ਲੱਗ ਪਈ ਤੇ ਉਹ ਵੀ ਕਦੇ-ਕਦਾਈ ਇੱਧਰੋਂ ਜੇ 2-4 ਚਿੱਠੀਆਂ ਜਾਂਦੀਆਂ ਤਾਂ ਉੱਧਰੋਂ ਕਦੀ ਭੁੱਲੇ ਚੁੱਕੇ ਹੀ ਜਵਾਬ ਆਉਂਦਾ। ਪਹਿਲਾਂ ਜਦੋਂ ਉਸਨੇ ਚਿੱਠੀ ਪੱਤਰ ਵੱਲੋਂ ਹੱਥ ਸੰਕੋਚਣਾ ਸ਼ੁਰੂ ਕੀਤਾ ਤਾਂ ਮੈਨੂੰ ਡਾਢਾ ਹੀ ਹੀਰ ਖਾਇਆ ਕਰੇ। ਗੁੱਸੇ ਵਿੱਚ ਪਤਾ ਨਹੀਂ ਕੀ ਜਲੀਆਂ ਕਟੀਆਂ ਮੈਂ ਉਸਨੂੰ ਲਿਖ ਜਾਂਦਾ ਸਾਂ। ਇੱਕ ਵਾਰੀ ਤਾਂ ਇੰਨੀ ਤੈਸ਼ ਵਿੱਚ ਚਿੱਠੀ ਲਿਖੀ ਕਿ ਜਿਸ ਬਾਰੇ ਮਗਰੋਂ ਮੈਨੂੰ ਆਪ ਹੀ ਪਛਤਾਵਾ ਹੋਣ ਲੱਗ ਪਿਆ। ਉਸ ਵਿਚਲੀ ਕਵਿਤਾ ਦੀ ਇੱਕ ਤੁਕ ਮੈਨੂੰ ਯਾਦ ਹੈ, ਜਿਹੜੀ ਤਾਨਾ ਜ਼ਨੀ ਦੇ ਤੌਰ ਤੇ ਮੈਂ ਉਸ ਨੂੰ ਲਿਖੀ ਸੀ। ਮਰ ਵੰਜਨ ਚੂਚਕ ਦੀਆਂ ਮੱਝੀ ਜਿਨ੍ਹਾਂ ਰੋਲਿਆ ਤਖਤ ਹਜ਼ਾਰਾ, ਜਿਸ ਦਾ ਅਪਰੋਖ ਰੂਪ ਵਿੱਚ ਮਤਲਬ ਇਹ ਸੀ, ਬਲਰਾਜ ਸ਼ਾਲਾ ਨਿੱਜ ਤੂੰ ਫਿਲਮੀ ਕਲਾਕਾਰ ਬਣ ਦਿਓ ਜਿਸਨੇ ਬੁਰੀ ਤਰ੍ਹਾਂ ਨਾਲ ਇੱਕ ਮਿੱਤਰ ਦਾ ਦਿਲ ਤੋੜ ਕੇ ਰੱਖ ਦਿੱਤਾ ਹੈ। ਪਰ ਬਲਰਾਜ ਵਿਚਾਰਾ ਤਾਂ ਬੇਵਸ ਹੈ। ਅਦਾਕਾਰੀ ਦੀਆਂ ਉਲਝਣਾਂ ਹਰ ਵੇਲੇ ਉਸਨੂੰ ਜੋਕਾਂ ਵਾਂਗ ਚੰਬੜੀਆਂ ਰਹਿੰਦੀਆਂ ਨੇ। ਚਿੱਠੀ ਛੱਡ ਕੇ ਉਸਨੂੰ ਤਾਂ 2 ਘੜੀਆਂ ਲਈ ਨਿੱਠ ਕੇ ਬੈਠਣਾ ਵੀ ਨਸੀਬ ਨਹੀਂ ਹੁੰਦਾ। ਫਿਰ ਕੀ ਇਸ ਹਾਲਤ ਵਿੱਚ ਉਸ ਉੱਤੇ ਕਚੀਚੀਆਂ ਵੱਟਣੀਆਂ ਮੇਰਾ ਝੱਲਾਪਣ ਨਹੀਂ ਸੀ? ਹੁੰਦਿਆਂ ਨੌਬਤ ਇੱਥੋਂ ਤੱਕ ਆ ਗਈ ਕਿ ਛਮਾਹੀਆਂ ਬੀਤ ਜਾਂਦੀਆਂ ਤੇ ਕਦੀ ਚਿੱਠੀ ਦੀ ਸ਼ਕਲ ਦਿਖਾਈ ਨਾ ਦਿੰਦੀ, ਜਿਸ ਕਰਕੇ ਸਹਿਜੇ ਮੈਂ ਇਸ ਦਾ ਆਦੀ ਹੋ ਗਿਆ। ਹੁਣ ਵੀ ਕਦੇ-ਕਦਾਈ ਨੌਬਤ ਆ ਜਾਂਦੀ ਹੈ, ਪਰ ਉਦੋਂ ਜਦੋਂ ਕੋਈ ਖਾਸ ਲੋੜ ਆ ਬਣੇ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਬਲਰਾਜ ਇੱਕ ਰੁਝੇਵਿਆਂ ਭਰੀ ਜ਼ਿੰਦਗੀ ਹੈ, ਜਿਸ ਕਰਕੇ ਖਤ ਪੱਤਰ ਵੱਲੋਂ ਉਸ ਦੀ ਚੁੱਪੀ ਨੂੰ ਮੈਂ ਸਹਿ ਗੁਜ਼ਰਿਆ ਹਾਂ। ਪਰ ਕਦੀ-ਕਦੀ ਇੱਕ ਆਸ਼ੰਕਾ ਜਿਹੀ ਅੰਦਰੋਂ ਉੱਠ ਹੀ ਪੈਂਦੀ ਹੈ। ਸੰਭਵ ਹੈ ਉਸ ਲਈ ਮੇਰੇ ਵਿੱਚ ਕੋਈ ਐਸੀ ਖਿੱਚ ਨਾ ਰਹੀ ਹੋਵੇ ਜਿਹੜੀ ਪਹਿਲਾਂ ਹੁੰਦੀ ਸੀ। ਕੀ ਪਤਾ ਵੱਡਿੱਤਨ ਦੇ ਅਹਿਸਾਸ ਨੇ ਬਲਰਾਜ ਨੂੰ ਬਦਲ ਦਿੱਤਾ ਹੋਵੇ। ਪਰ ਇਸ ਦੇ ਬਾਵਜੂਦ ਮੇਰੇ ਦਿਲ ਵਿੱਚ ਉਸ ਲਈ ਅਣਮਿੱਤਾ ਪਿਆਰ ਤੇ ਅਟੁੱਟ ਖਿੱਚ ਹੈ, ਜਿਸ ਕਰਕੇ ਮੈਂ ਚਿੱਠੀਆਂ ਦੇ ਗਜ਼ਾਂ ਨਾਲ ਉਸ ਦੇ ਪਿਆਰ ਨੂੰ ਮਿਣਨ ਦੀ ਵਾਦੀ ਛੱਡ ਦਿੱਤੀ ਹੈ। ਦੋਸਤੋ, ਇਹ ਸੀ ਨਾਨਕ ਸਿੰਘ ਦੀ ਲਿਖੀ ਹੋਈ ਪੁਸਤਕ ਮੇਰੀ ਦੁਨੀਆ ਦਾ 15ਵਾਂ ਅਧਿਆਇ, ਬਲਰਾਜ ਸਾਹਨੀ। ਅੱਜ ਇੰਨਾ ਹੀ। ਰੱਬ ਰਾਖਾ। ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ, ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ। ਇਹ ਸਾਰੀ ਦੁਨੀਆ ਗਿਆਨ ਦਾ ਸਾਗਰ ਜਿਸ ਨੂੰ ਮੰਨੇ, ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ।